ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਾਂ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੋ ਕਹੋ ਟਲ ਗੁਰ ਸੇਵੀਐ ਅਹਨਿ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚਨ ਤੇ ਨਾਚਨਾ ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚਨ ਤੇ ਨਾਚਨਾ ਪਹਿਲ ਪੁਰਸ ਆਬਰਾ ਅਥੋਣ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੇ ਮੈਂ ਸਾਗਰਾ ਰਹਾਉ ਨਾਚਨ ਤੇ ਗੋਪੀ ਜਨਾ ਨਈਆ ਤੇ ਬੈਰੇ ਕਨਾ ਤਰਕ ਨਾਚਾ ਭਰਮੀਆ ਚਾ ਕੇਸਵਾ ਬਚਉਨੀ ਅਈਏ ਮਈਏ ਏਕ ਆਣ ਜਿਉ ਪਿੰਦੇ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਿੰਦੇ ਉਪਗਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ
ਤੂੰ ਕੁਲ ਰੇ ਮੈਂ ਜੀ ਨਾਮਾ ਹੋ ਜੀ ਆਨਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸ਼ਬਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਸਾਰੇ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲ ਪੂਰੀਏ ਪੁੰਡਰਕ ਵਨਾ ਤਾਂਚੇ ਹੰਸਾ ਸਗਲੇ ਜਨਾ। ਧਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੇ ਪਾਵਨ ਬਚਨ ਅੰਗ ਨੰਬਰ 693 ਅਤੇ 694 ਦੇ ਉੱਤੇ ਸਬਾਇਮਾਨ ਨੇ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਇਸ ਸਰਲੇਖ ਦੇ ਹੇਠ ਭਗਤ ਨਾਮਦੇਵ ਜੀ ਦਾ ਇਹ ਚੌਥਾ ਸ਼ਬਦ ਹੈ ਔਰ ਭਗਤ ਨਾਮਦੇਵ ਜੀ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਜਨਮ ਹੈ ਔਰ ਇਹ ਜੋ ਪਾਵਨ ਸ਼ਬਦ ਹੈ ਭਾਵੇਂ ਦਾ ਉਚਾਰਨ ਕੀਤਾ ਜਾਂਦਾ ਹੈ ਪਰ ਹਕੀਕਤ ਹੈ ਕਿ ਜਿਹੜਾ ਕੋਈ ਮਰਾਠੀ ਪੜ੍ਹਨਾ ਤੇ ਬੋਲਣਾ ਜਾਣਦਾ ਹੋਵੇ ਬਿਲਕੁਲ ਸ਼ੁੱਧ ਪਾਠ ਦਾ ਉਚਾਰਨ ਕਰ ਹੀ ਸਕਦਾ ਹੈ ਕਿਉਂਕਿ ਸ਼ਬਦ ਮਰਾਠੀ ਭਾਸ਼ਾ ਦੇ ਨੇ ਔਰ ਲਿਖੇ ਹੋਏ ਗੁਰਮੁਖੀ ਦੇ ਨੇ। ਇਸ ਕਰਕੇ ਉਚਾਰਨ ਵਿੱਚ ਤੇ ਫਰਕ ਪੈਂਦਾ ਹੈ ਔਰ ਕਈ ਵਾਰੀ ਇਹ ਬਾਣੀ ਇਹ ਸ਼ਬਦ ਪੜ੍ਹਦੇ ਆ ਲੱਗਦਾ ਵੀ ਕਿ ਸ਼ਾਇਦ ਸਮਝ ਉਨੀ ਪੈਂਦੀ ਨਹੀਂ ਔਰ ਹਕੀਕਤ ਹੈ ਕਿ ਜੇ ਅਰਥ ਬਿਲਕੁਲ ਹੀ ਕਦੇ ਪੜ੍ਹੇ ਨਾ ਹੋਣ, ਸੁਣੇ ਨਾ ਹੋਣ, ਵਿਚਾਰੇ ਵੀ ਨਾ ਹੋਣ ਤੇ ਫਿਰ ਸ਼ਬਦ ਦੀ ਸਮਝ ਲੱਗਦੀ ਵੀ ਨਹੀਂ। ਹੁਣ ਕਿਉਂਕਿ ਬੋਲ ਮਰਾਠੀ ਭਾਸ਼ਾ ਦੇ ਵਿੱਚ ਨੇ, ਵਿੱਚ ਮਿਕਸ ਨੇ, ਇਹਨਾਂ ਨੂੰ ਜੇ ਸਮਝੀਏ ਔਰ ਸਮਝਣ ਦਾ ਯਤਨ ਕਰੀਏ ਪਰ ਇਹਨਾਂ ਦੇ ਵਿੱਚ ਭਗਤ ਨਾਮਦੇਵ ਜੀ ਨੇ ਜੋ ਵਰਣਨ ਕੀਤਾ ਹੈ ਉਸ ਰੱਬ ਦੀ ਹਸਤੀ ਦਾ, ਉਮੰਗ ਦਾ ਔਰ ਇਹਨਾਂ ਨੂੰ ਵਿਚਾਰ ਕੇ ਫਿਰ ਆਨੰਦ ਜਿਹੜਾ ਆਉਂਦਾ ਉਹ ਇੱਕ ਵੱਖਰਾ ਹੈ। ਹੁਣ ਭਗਤ ਜੀ ਨੇ ਪਹਿਲੇ ਇੱਥੇ ਉਦਾਹਰਨ ਦਿੱਤੀ ਹੈ ਕਿ ਕੁਝ ਲੋਕਾਂ ਦੀ ਮਨੌਤ ਹੈ ਕਿ ਇਹ ਰੱਬ ਨੇ, ਪਰਮੇਸ਼ਰ ਨੇ ਦੁਨੀਆ ਸ੍ਰਿਸ਼ਟੀ ਕਿਵੇਂ ਬਣਾਈ। ਦੇਖੋ ਭਾਵੇਂ ਸਾਇੰਸ ਵੀ ਬਹੁਤ ਸਾਰੇ ਸਾਇੰਸਦਾਨ ਜਿਹੜੇ ਨੇ ਉਹ ਅੱਜ ਖੋਜ ਦੇ ਵਿੱਚ ਲੱਗੇ ਨੇ ਕਿ ਕਦੋਂ ਤੋਂ ਦੁਨੀਆ ਬਣੀ ਪਰ ਇਹ ਖੋਜ ਸ਼ਾਇਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਕਰ ਨਹੀਂ ਸਕਦਾ, ਹੋ ਨਹੀਂ ਸਕਦੀ। ਪਰ ਹਾਂ ਇਹ ਸ੍ਰਿਸ਼ਟੀ ਬਣੀ ਕਿਵੇਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਜ਼ਰੂਰ ਕਹੇ ਨੇ ਔਰ ਇਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਸ੍ਰਿਸ਼ਟੀ ਕਦੋਂ ਦੀ ਬਣੀ ਇਹ ਕੋਈ ਨਹੀਂ ਜਾਣਦਾ ਪਰ ਹਾਂ ਕਿਵੇਂ ਬਣੀ ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਕੁਛ ਦੇਖਿਆ। ਸਤਿਗੁਰੂ ਦਾ ਪਾਵਨ ਬਚਨ ਹੈ ਭਗਤਾਂ ਨੇ, ਗੁਰੂ ਸਾਹਿਬਾਂ ਨੇ, ਜਪਣ ਵਾਲੇ ਨੇ ਅਸਲ ਵਿੱਚ ਜੋ ਗਿਆਨ ਦੀਆਂ ਅੱਖਾਂ ਦੇ ਨਾਲ ਵੇਖਿਆ ਫਿਰ ਉਹੀ ਜ਼ੁਬਾਨ ਤੋਂ ਉਚਾਰਨ ਕੀਤਾ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਸੰਤ ਜਨਾਂ ਦੀ ਉਹ ਸੱਚੀ ਸਾਖੀ ਹੈ ਜੋ
ਉਹਨਾਂ ਨੇ ਅੱਖਾਂ ਦੇ ਨਾਲ ਵੇਖਿਆ, ਉਹ ਉਹਨਾਂ ਨੇ ਵਿਚਾਰਨ ਕਿਹਾ, ਔਰ ਭਗਤ ਸਿੰਘ ਨੇ ਜੋ ਕੁਝ ਦੇਖਿਆ ਉਹ ਅੱਜ ਵਰਣਨ ਕੀਤਾ ਹੈ ਕਿ ਸਭ ਤੋਂ ਪਹਿਲਾਂ ਲੋਕ ਮੰਨਦੇ ਨੇ ਕੋਈ ਕੌਲ ਦਾ ਫੁੱਲ ਸੀ। ਪਹਿਲਪੁਰੀਏ ਦਾ ਅੱਖਰੀ ਅਰਥ ਹੁੰਦਾ ਹੈ ਪਹਿਲਾ ਪਹਿਲ ਜਾਂ ਸਭ ਤੋਂ ਪਹਿਲਾਂ। ਪੁੰਡਰਕ ਕੌਲ ਦਾ ਫੁੱਲ, ਤੇ ਵਣਾ ਦਾ ਸਾਹਿਬ ਜੀ ਜਾਣਦੇ ਜੰਗਲ ਕਰ ਲਈ ਜਾਂ ਬਾਗ ਕਰ ਲਈ। ਪਰ ਜੰਗਲ ਦੇ ਬਾਗ ਦੇ ਵਿੱਚ ਇੱਕ ਫਰਕ ਹੈ। ਜੰਗਲ ਉਹ ਹੈ, ਬੂਟੇ ਉਹ ਹੀ ਨੇ, ਪਰ ਉਹਨਾਂ ਫੁੱਲਾਂ ਦੇ ਨਾਲ ਬੂਟਿਆਂ ਦੇ ਨਾਲ ਹੋਰ ਬਹੁਤ ਕੁਝ ਝਾੜੀਆਂ ਉੱਗੀਆਂ ਨੇ, ਘਾਹ ਉੱਗਿਆ ਹੈ। ਇਹ ਕਹਿ ਲਈਏ ਕਿ ਉਹਨਾਂ ਫੁੱਲਾਂ ਦੇ ਨਾਲ ਬਹੁਤ ਸਾਰੀ ਗੰਦਗੀ ਵੀ ਹੈ, ਔਰ ਉਸ ਗੰਦਗੀ ਨੂੰ ਜਦੋਂ ਸਾਫ਼ ਕਰਕੇ ਫੁੱਲਾਂ ਨੂੰ ਤਰਤੀਬ ਦਿੱਤੀ ਜਾਏ ਫਿਰ ਉਹ ਬਣਦਾ ਹੈ ਬਾਗ। ਔਰ ਰੱਬ ਨੇ, ਪਰਮੇਸ਼ਰ ਨੇ ਬੜਾ ਸੋਹਣਾ ਬਾਗ ਬਣਾਇਆ ਹੈ। ਹੁਣ ਉਹਨਾਂ ਲੋਕਾਂ ਦੀ ਇਹ ਮਨੌਤ ਹੈ ਕਿ ਪਹਿਲੋਂ ਕੌਲ ਦਾ ਫੁੱਲ ਸੀ, ਤੇ ਕੌਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋਏ, ਬ੍ਰਹਮਾ ਜੀ ਤੋਂ ਸ੍ਰਿਸ਼ਟੀ ਬਣੀ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇਹ ਦੱਸੋ ਕੌਲ ਦਾ ਫੁੱਲ ਤੇ ਤਾਂ ਉੱਗੇ ਨਾ ਜੇ ਧਰਤੀ ਹੋਵੇ। ਕੌਲ ਦਾ ਫੁੱਲ ਤੇ ਤਾਂ ਉੱਗੇਗਾ ਨਾ ਜੇ ਪਾਣੀ ਹੋਵੇ, ਤੇ ਜਦੋਂ ਪਾਣੀ ਨਹੀਂ ਸੀ, ਧਰਤੀ ਨਹੀਂ ਸੀ, ਜਦੋਂ ਕੋਈ ਦਿਨ ਨਹੀਂ ਸੀ, ਰਾਤ ਨਹੀਂ ਸੀ, ਹਵਾ ਵੀ ਨਹੀਂ ਸੀ, ਕੋਈ ਸੂਰਜ ਨਹੀਂ ਸੀ, ਕੋਈ ਚੰਦਰਮਾ ਨਹੀਂ ਸੀ, ਤੇ ਫਿਰ ਜਿਹੜਾ ਕੌਲ ਦਾ ਫੁੱਲ ਹੈ ਉਹ ਕਿੱਥੋਂ ਆ ਗਿਆ? ਅਸਲ ਵਿੱਚ ਜੇ ਇਹ ਮੰਨਿਆ ਜਾਏ ਕਿ ਸਭ ਤੋਂ ਪਹਿਲਾਂ ਕੌਲ ਦਾ ਫੁੱਲ ਸੀ, ਬ੍ਰਹਮਾ ਪੈਦਾ ਹੋਏ, ਤੇ ਕੌਲ ਦਾ ਫੁੱਲ ਵੀ ਤਾਂ ਕਿਸੇ ਨੇ ਪੈਦਾ ਕੀਤਾ ਹੀ ਹੋਣਾ ਨੇ, ਕਿਸੇ ਤਰ੍ਹਾਂ ਹੋਇਆ ਹੀ ਹੋਵੇਗਾ। ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਤੇ ਇਹ ਸਪਸ਼ਟ ਕਰਦੇ ਨੇ ਕਿ ਕਦੋਂ ਤੋਂ ਪੈਦਾ ਹੋਈ ਸ੍ਰਿਸ਼ਟੀ ਇਹ ਨਹੀਂ ਪਤਾ, ਪਰ ਹਾਂ ਕਿਵੇਂ ਹੋਈ ਇਹ ਜੋ ਕੁਝ ਅਹਿਸਾਸ ਕੀਤਾ, ਮਹਿਸੂਸ ਕੀਤਾ, ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਕਿ ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ। ਸਭ ਤੋਂ ਪਹਿਲੋਂ ਉਹ ਸੱਚਾ ਆਪ ਹੀ ਸੀ, ਜਦੋਂ ਕੁਝ ਨਹੀਂ ਸੀ। ਉਸ ਸੱਚੇ ਪਰਮੇਸ਼ਰ ਨੇ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਬਣਿਆ, ਔਰ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਪਾਣੀ ਤੋਂ ਸ੍ਰਿਸ਼ਟੀ ਬਣੀ। ਭਗਤ ਨਾਮਦੇਵ ਜੀ ਤੇ ਕਹਿੰਦੇ ਨੇ ਲੋਕ ਮੰਨਦੇ ਨੇ ਬ੍ਰਹਮਾ ਜੀ ਤੋਂ ਬਣੀ, ਪਰ ਭਗਤ ਜੀ ਦਾ ਵੀ ਪਾਵਨ ਸ਼ਬਦ ਜਿਹੜਾ ਜਦੋਂ ਵਿਚਾਰੀਏ ਕਹਿੰਦੇ ਨਹੀਂ, ਬਣਾਉਣ ਵਾਲਾ ਪਰਮੇਸ਼ਰ ਹੈ, ਬਣਾਈ ਉਹਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਬਣੀ ਪਾਣੀ ਤੋਂ। ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਜਲ ਤੋਂ ਇਹ ਸੰਸਾਰ ਸਾਜਿਆ, ਫਿਰ ਉਹਦੇ ਵਿੱਚ ਆਪ ਹੀ ਵਸ ਗਿਆ। ਸਭ ਤੋਂ ਪਹਿਲੋਂ ਉਹ ਆਪ ਹੀ ਸੀ। ਇੱਥੇ ਕੁਝ ਦੀ ਮਨੋਤ ਹੈ ਕਿ ਪਹਿਲੋਂ ਕੌਲ ਦੇ ਫੁੱਲ ਸਨ, ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ। ਆਸਾ ਕੇ ਵਾਰ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਅਸਲ ਵਿੱਚ ਸਭ ਤੋਂ ਪਹਿਲੋਂ ਉਹਨੇ ਆਪਣੇ ਆਪ ਨੂੰ ਸਾਜਿਆ ਹੈ, ਤੇ ਰੱਬ ਤੇ ਉਦੋਂ ਦਾ ਸੀ ਜਦੋਂ ਦਾ ਧੰਨ ਗੁਰੂ ਨਾਨਕ ਸਾਹਿਬ ਨੇ ਪਾਵਨ ਬਚਨ ਕਹੇ ਨੇ ਕਿ ਅਰਬਦ ਨਰਬਦ ਧੁੰਦੂ ਘਾਰਾ, ਜਦੋਂ ਨਾ ਪਾਣੀ, ਨਾ ਹਵਾ, ਨਾ ਜਲ, ਨਾ ਧਰਤੀ, ਨਾ ਆਕਾਸ਼, ਕੁਝ ਨਹੀਂ ਸੀ, ਕੇਵਲ ਧੁੰਦੂ ਘਾਰਾ। ਉਹ ਰੱਬ ਪਰਮੇਸ਼ਰ ਉਦੋਂ ਵੀ ਸੀ, ਕਹਿੰਦੇ ਉਹਨੇ ਸਭ ਕੁਝ ਬਣਾਇਆ ਹੈ। ਅਰਬਦ ਨਰਬਦ ਧੁੰਦੂ ਘਾਰਾ, ਧਰਣ ਨਾ ਗਗੜਾ, ਹੁਕਮ ਅਪਾਰਾ, ਧਰਣ ਧਰਤੀ। ਧਰਤੀ ਵੀ ਕੋਈ ਨਹੀਂ ਸੀ, ਆਕਾਸ਼ ਵੀ ਕੋਈ ਨਹੀਂ ਸੀ, ਗਗਨ ਵੀ ਨਹੀਂ ਸੀ। ਉਦੋਂ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਨਾ ਦਿਨ, ਨਾ ਰੈਣ, ਨਾ ਚੰਦ, ਨਾ ਸੂਰਜ, ਸੁਨ ਸਮਾਦ ਲਗਾਏਂਦਾ, ਜਦੋਂ ਕੇਵਲ ਕੁਝ ਵੀ ਨਹੀਂ ਸੀ, ਨਾ ਦਿਨ ਨਾ ਰਾਤ। ਕਦੋਂ ਤੋਂ ਬਣੀ? ਇਹ ਕੋ ਖੋਜੇਗਾ ਤੇ ਤਾਂ ਨਾ, ਜਿੱਦਣ ਰਾਤ ਹੋਵੇਗੀ, ਕੋਈ ਤਰੀਕ ਬਣੀ ਹੋਵੇਗੀ, ਦਿਨ ਬਣਿਆ ਹੋਵੇਗਾ। ਪਰ ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਬਣਿਆ ਉਸ ਪਰਮੇਸ਼ਰ ਤੋਂ ਹੈ। ਪਾਣੀ ਦੀ ਬੂੰਦ ਤੋਂ ਕੇ ਸੰਸਾਰ ਸਾਜਿਆ। ਔਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਨਤੀ ਸ਼ਬਦ ਨੇ ਕਿ ਜਿਵੇਂ ਮਨੁੱਖ ਦੀ ਪੈਦਾਇਸ਼ ਹੈ, ਰੱਬ ਨੇ, ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਇਸੇ ਤਰ੍ਹਾਂ ਹੀ ਬਣਾਈ ਹੈ। ਮਾਂ ਕੀ ਰਗਤ ਪਿਤਾ ਬਿੰਦ ਦਾਰਾ, ਇੱਕ ਪਾਣੀ ਦੀ ਬੂੰਦ ਤੋਂ ਸਾਜਿਆ ਹੈ। ਹੁਣ ਇੱਥੇ ਭਗਤ ਜੀ ਕਹਿੰਦੇ ਨੇ ਉਹਨਾਂ ਦੀ ਮਨੌਤ ਇਹ ਹੈ
कि सब तो पहले पहल कौल का फुੱਲ सी ਜਾਂ कौल के फुੱਲਾਂ ਦਾ जंगल ਜਾਂ बाग सी। ताचे हंसा सगले जना, उस कौल के फुੱਲ तो हंसा। हुण हंसा के अर्थ किए जाते हैं, हंस एक पंछी भी है, पर जो इत्थे विचार करिए जे कौल के फुੱਲ सन तो कौल के फुੱਲਾਂ ते हंस का की काम, क्योंकि हंस तो जा माण सरोवर ते रहिंदा है, सरोवर ते रहिंदा है, झील ते रहिंदा है। जे कौल के फुੱਲ सन, कौल के फुੱਲਾਂ दे ते भवरे ते आ सकते हैं, पर हंस नहीं आता। इत्थे वो हंस नहीं, इत्थे हंसा के अर्थ किए गए ब्रह्मा जी। कौल के फुੱਲ तो कहते ब्रह्मा जी पैदा हुए। ताचे हंसा, ब्रह्मा जी के कहते सगले जना, उतों सारे जने पैदा हुए। ये तो उन्होंने बनाओ तो भगत जी कहते नहीं नहीं, कृष्णा ते जानो हार, हार नाचन ते नाचना कृष्ण। कृष्णा का तेखरी अर्थ कालक है। कृष्णा का अर्थ कृष्ण भगवान भी किया जाता है, पर इत्थे कालक ते कालक का भाव अर्थ वो काला रंग नहीं, कालक का भाव अर्थ ये रब की बनाई हुई माया। भगत जी कहते हैं ये सृष्टि इवें नहीं बनी, किसी ब्रह्मा जी तो नहीं बनी। कृष्णा ते जानू हारे कह दिए कि माया तो उस रब को समझा जा सकता है, क्योंकि रब की बनाई हुई है। और ये माया इन्नी प्रबल क्यों है? एक तो गुरु साहब ने पावन बचन कहे ने, महामाया ताकी है छाया। ये उस रब की पैदा की हुई है, कह दिए कि उनकी परछाई है। तो जे रब इन्ना वड्डा बेअंत है तो उनकी परछाई जी वो कितने घट सत्या वाली थोड़ी है। इस माया ने तो सारे संसार को नचाया हुआ है। हुण गुरु साहब ने तो कृपा की, भगत जी कहते हैं कृष्णा ते जानू हर। उस कृष्णा तो माया तो समझो कि रब, हर नाचन ते नाचना, ते उस माया के राही ਜਾਂ उस रब की बनाई हुई माया के राही ये सारा नाच नच रहा है, सारा तमाशा बन रहा है। और जे असी असल में तमाशा वेखण वाली साडे कोल अख होवे, असी आप तमाशगीर ना बनीए। और धन गुरु कलगीधर पातशाह ने तो पावन बचन कहे सन कि मैं हूँ परम पुरख को दासा देखने आयो जगत तमाशा। ये रब ने जिहड़ा संसार बनाया ना, एक बड़ा आचर्य तमाशा बनाया है, जे साडे कोल वेखण वाली अख होवे। पर असल में तमाशा असी संसारी लोग आप ही बन गए। हुण इत्थे कहंदे ने कि बड़ा आचर्य तमाशा उन्हें बनाया है। तो किवें बनाया? कौन कौन नचदा है, किवें नचदा है? हुण भगत जिथे बचन करते हैं, सब तो पहलों कौन सी? ये कृष्णा ये माया तो बनाया है। तो भगत जी रहाउ दी पंक्तियों में फिर दोहराते हैं कि किसी ब्रह्मा तो सृष्टि नहीं बनी। कहते पहल पूरीए पुनरक वना, ते रहाउ दी पंक्तियां च कह रहे हैं पहल पुरसा बेरा। पुरुष वो परिपूर्ण परमात्मा, आबरा दर्थ है अपने आप को उन्हें पैदा किया, जिन्हों आप शब्द पढ़ते सह भाव अपने आप को पैदा होया। सब तो पहलो परमात्मा आप है जिन्हें अपने आप को प्रगट किया। अथोन पुरसा दमरा, पुरसा दमरा भावें पाठ सीधा इस तरह लिखा है, पर जे संधि सिद्ध करांगे अर्थ कर लगे पुरुषाद दमरा। दमरा दर्थ माया ते पुरसा दर्थ परमेश्वर। हुण सब तो कहते परमात्मा ने पहल पुरसावरा, सब तो पहलों अपने आप को अथोण का अर्थ हुंदा। उस तो बाद रब ने परमेश्वर ने दमरा ये माया बनाई। हुण उस तो बाद माया बनाई। और ये धन गुरु नानक देव सच्चे पातशाह जी आसा की वार दे विच सानूं रोज़ समझाते हैं कि आपीने आप साजियो, आपीने रचियो नाओ, दुए कुदरत साजी है कर आसन डिठो जाओ। हुण इत्थे एक विचार थोड़ी जी होर करने वाली है
ਪਹਿਲੋਂ ਆਪਣੇ ਆਪ ਨੂੰ, ਫਿਰ ਆਪਣਾ ਨਾਮ ਰਚਿਆ, ਦੂਈ ਕੁਦਰਤ ਸਾਜੀ ਹੈ। ਹੁਣ ਇਹਦਾ ਮਤਲਬ ਉਸ ਰੱਬ ਦੇ ਵਿੱਚ ਤੇ ਕੁਦਰਤ ਦੇ ਵਿਚਕਾਰ ਇੱਕ ਚੀਜ਼ ਹੋਰ ਹੈ, ਨਾਮ। ਇਹ ਕਹਿ ਲਈਏ ਕਿ ਉਹ ਨਾਮ ਉਹ ਪੌੜੀ ਹੈ ਕਿ ਕੁਦਰਤ ਨੂੰ ਸਮਝ ਕੇ ਉਸ ਨਾਮ ਦੀ ਪੌੜੀ ਥਣੀ ਚੜ੍ਹ ਕੇ ਰੱਬ ਤੱਕ ਜਾਣਾ ਹੈ। ਆਪੀਣੇ ਆਪ ਸਾਜਿਓ, ਆਪੀਣੇ ਰਚਿਓ ਨਾਉ, ਨਾ ਵਿੱਚ ਆ ਗਿਆ। ਫਿਰ ਕਹਿੰਦੇ ਨੇ ਦੂਈ ਕੁਦਰਤ ਸਾਜੀ ਹੈ। ਇੱਥੇ ਸ਼ਬਦ ਵਰਤਿਆ ਅਥੋਣ ਪੁਰਸਾ ਦਮਰਾ, ਬਾਅਦ ਵਿੱਚ ਮਾਇਆ ਬਣਾਈ। ਦੂਈ ਕੁਦਰਤ ਸਾਜੇ, ਫਿਰ ਕੁਦਰਤ ਸਾਜ ਕੇ ਉਹ ਖਿੱਚਦਾ ਨਹੀਂ। ਦੇਖੋ ਸੰਸਾਰ ਦੇ ਵਿੱਚ ਤੇ ਪਰਿਵਾਰ ਥੋੜ੍ਹਾ ਜਿਹਾ ਵੱਡਾ ਹੋ ਜੇ, ਆਮਦਨੀ ਥੋੜ੍ਹੀ ਜਿਹੀ ਘੱਟ ਜੇ, ਤੇ ਫਿਰ ਬੰਦਾ ਖਿੱਚਦਾ ਇੰਨਾ ਕੁ ਜ਼ਿਆਦਾ ਕਿ ਹੱਦ ਤੋਂ ਜ਼ਿਆਦਾ, ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਵੀ ਕਹੇ ਨੇ ਕਿ ਸਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਉਹ ਕ੍ਰੋਧ ਗੁੱਸਾ ਹੁੰਦਾ ਇਸੇ ਕਰਕੇ ਕਿ ਹੁਣ ਨਿਆਣਿਆਂ ਤੇ ਮੰਗਣਾ ਹੈ, ਰਿਸ਼ਤੇਦਾਰੀਆਂ ਵਧੀਆ ਨੇ, ਜਾਣਾ ਤੇ ਪੈਣਾ ਹੈ। ਕਮਾਈ ਘੱਟ ਹੈ, ਪਰਿਵਾਰ ਜ਼ਿਆਦਾ ਹੈ, ਲੋਕ ਖਿੱਚਦੇ ਨੇ, ਪਰ ਮੇਰਾ ਦਾਤਾ ਇੰਨਾ ਬੇਅੰਤ ਹੈ ਕਿ ਕੁਦਰਤ ਸਾਜੀ ਤੇ ਖਿੱਚਦਾ ਨਹੀਂ, ਸਾਜ ਕੇ ਬੜੇ ਚਾਅ ਦੇ ਨਾਲ ਵਿੱਚ ਆਪ ਹੀ ਬੈਠ ਗਿਆ, ਆਪ ਹੀ ਵਿੱਚ ਬੈਠ ਕੇ ਵੇਖ ਰਿਹਾ ਹੈ। ਔਰ ਸਤਿਗੁਰੂ ਜੀ ਨੇ ਅੱਗੇ ਜਿਹੜਾ ਪਾਵਨ ਬਚਨ ਕਿਹਾ ਨਾ, ਦਾਤਾ ਕਰਤਾ ਆਪ ਤੂੰ, ਸ੍ਰਿਸ਼ਟੀ ਨੂੰ ਬਣਾਇਆ। ਪਰ ਬਣਾਉਣ ਤੋਂ ਪਹਿਲਾ ਸ਼ਬਦ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ, ਦਾਤਾ। ਪਹਿਲੋਂ ਦਾਤਾ ਤੇ ਫਿਰ ਕਰਤਾ। ਹੁਣ ਇੱਕ ਕਮਾਲ ਦੀ ਖੇਡ ਬਣਾਈ ਤਾਂ ਜੀ। ਸਾਨੂੰ ਲੱਗਦਾ ਕਿ ਅਸੀਂ ਕਮਾ ਕੇ ਦਿੰਦੇ ਤੇ ਸਾਡਾ ਪਰਿਵਾਰ ਤਾਂ ਖਾਂਦਾ ਹੈ। ਮਾਂ ਨੂੰ ਲੱਗਦਾ ਕਿ ਮੈਂ ਦੁੱਧ ਪਿਆਇਆ ਤੇ ਬੱਚਾ ਤਾਂ ਪਲਿਆ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੁਨੀਆ ਦੇ ਲੋਕੋ ਭੁਲੇਖਾ ਹੀ ਹੈ ਨਾ, ਉਹਨੇ ਖੇਡ ਬਣਾਈ ਅਸੀਂ ਬੜੀ ਕਮਾਲ ਦੀ ਬਣਾਈ ਹੈ। ਉਹ ਤੇ ਦਾਤਾ ਪਹਿਲੋਂ ਹੈ ਤੇ ਕਰਤਾ ਬਾਅਦ ਵਿੱਚ ਹੈ। ਤੇ ਦਾਤਾ ਪਹਿਲੋਂ ਕਿਵੇਂ ਹੈ? ਸਤਿਗੁਰੂ ਦਾ ਇੱਕ ਪਾਵਨ ਬਚਨ ਹੈ, ਕਹਿੰਦੇ ਪ੍ਰਥਮੈ ਮਾਖਣ ਪਾਛੈ ਦੂਧ, ਪਹਿਲੋਂ ਮੱਖਣ ਤੇ ਬਾਅਦ ਵਿੱਚ ਦੁੱਧ। ਹੁਣ ਸਾਨੂੰ ਤਾਂ ਖੇਡ ਪੁੱਠੀ ਲੱਗੇਗੀ ਨਾ, ਸਾਨੂੰ ਲੱਗਦਾ ਕਿ ਨਹੀਂ ਪਹਿਲੋਂ ਦੁੱਧ ਹੁੰਦਾ ਬਾਅਦ ਵਿੱਚ ਮੱਖਣ ਹੈ। ਪਰ ਵਿਚਾਰ ਕਰਕੇ ਦੇਖੋ ਦੁੱਧ ਕਿੱਥੇ ਸੀ? ਕੋਈ ਗਾਂ ਹੈ, ਮੱਝ ਹੈ, ਚਾਹੇ ਕੋਈ ਬੀਬੀ ਹੈ, ਕੋਈ ਵੀ ਹੈ ਜਿੰਦਾ ਦੁੱਧ ਹੈ, ਜਿੰਦੇ ਕੋਲ ਪਹਿਲੋਂ ਬੱਚਾ ਹੀ ਨਹੀਂ, ਪੇਟ ਦੇ ਵਿੱਚ ਹੀ ਨਹੀਂ, ਉਦੋਂ ਦੁੱਧ ਹੈ ਹੀ ਨਹੀਂ। ਬੱਚੇ ਦਾ ਜਨਮ ਹੋਣਾ ਹੈ, ਉਦੋਂ ਤੱਕ ਦੁੱਧ ਹੈ ਹੀ ਨਹੀਂ। ਤੇ ਜਦੋਂ ਜਨਮ ਹੋਇਆ ਉਸ ਵੇਲੇ ਰੱਬ ਨੇ ਖੇਡ ਕੀਤੀ, ਉਹ ਜੰਮਿਆ ਹੋਇਆ ਜਿਹੜਾ ਮੱਖਣ ਦੀ ਤਰ੍ਹਾਂ ਸੀ ਉਹਨੂੰ ਦੁੱਧ ਬਣਾ ਦਿੱਤਾ। ਬਸ ਰੱਬ ਦੀ ਖੇਡ ਇਹੀ ਹੈ। ਉਹ ਦਾਤਾ ਪਹਿਲੋਂ ਹੈ। ਔਰ ਜਿਹਨੂੰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਕਹਿੰਦੇ ਪ੍ਰਥਮੈ ਮਾਖਣ ਪਾਛੈ ਦੂਧ, ਮੈਲੋ ਕੀਨੋ ਸਾਬਣ ਸੂਦ। ਇਹ ਰੱਬ ਦੀ ਖੇਡ ਹੈ। ਉਹ ਪਹਿਲੋਂ ਦਾਤਾ ਹੈ, ਬਾਅਦ ਵਿੱਚ ਕਰਤਾ ਹੈ। ਔਰ ਉਸ ਕਰਤੇ ਨੇ ਐਸੀ ਖੇਡ ਬਣਾਈ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਉ। ਫਿਰ ਕਹਿੰਦੇ ਤੂੰ ਜਾਣੋਈ ਸਮਸੈ, ਦੇ ਲੈਸੇ ਜਿੰਦ ਕਵਾਓ। ਸਭ ਕੁਝ ਕਰਨ ਵਾਲਾ ਤੂੰ ਆਪ ਹੈ। ਹੁਣ ਉਸ ਦਾਤੇ ਦੇ ਇਸ ਖੇਡ ਨੂੰ ਵੇਖ ਕੇ ਹੈਰਾਨੀ ਤਾਂ ਬੜੀ ਹੈ ਕਿ ਸਭ ਕੁਝ ਉਹ ਆਪ ਹੀ ਪੈਦਾ ਕਰਨ ਵਾਲਾ ਹੈ, ਸਭ ਦੇ ਵਿੱਚ ਆਪ ਹੈ। ਹੁਣ ਅੱਗੇ ਜਾ ਕੇ ਜਿਹੜੇ ਸ਼ਬਦ ਵਰਤੇ, ਉਹ ਕੁਦਰਤ ਬਣਾ ਕੇ ਕੁਦਰਤ ਦੇ ਵਿੱਚ ਬੈਠ ਕੇ ਬੜੇ ਚਾਅ ਨਾਲ ਵੇਖ ਰਿਹਾ। ਤੇ ਕੁਦਰਤ ਕੀ ਕਰਦੀ ਹੈ, ਕਿਵੇਂ ਕਰਾ ਰਿਹਾ ਹੈ? ਕਹਿੰਦੇ ਅਸਗਾ ਅਸ ਉਸਗਾ, ਅਸਗਾ ਅਸ ਉਸਗਾ। ਇਹਦਾ ਭਾਵ ਕਿ ਇਸ ਤੇ ਉਸ ਤੋਂ, ਭਾਵ ਕਿ ਮਾਇਆ ਤੇ ਰੱਬ ਤੋਂ। ਮਾਇਆ ਤੇ ਰੱਬ ਦੇ ਸੁਮੇਲ ਦੇ ਨਾਲ ਹਰ ਕਾ ਬਾਗਰਾ, ਹਰੀ ਦਾ ਬਾਗ ਸਾਰਾ ਤਿਆਰ ਹੋਇਆ ਹੈ। ਇਹ 84 ਲੱਖ ਹਰੀ ਦੇ ਬਾਗ ਦੇ ਵਿੱਚ ਹੀ ਸਭ ਕੁਝ। ਪਰ ਕਹਿੰਦੇ ਨਾਚੈ ਪਿੰਦੇ ਮੈਂ ਸਾਗਰਾ, ਨੱਚ ਰਿਹਾ ਹੈ। ਤੇ ਕਿਵੇਂ ਨੱਚਦਾ? ਪਿੰਦੇ ਕਹਿੰਦੇ ਨੇ ਖੂਹ ਦੀਆਂ ਟਿੰਡਾਂ, ਤੇ ਸਾਗਰਾ ਦਾ ਅਰਥ ਹੈ ਪਾਣੀ।
ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨਹੀਂ ਨਾ ਟਿਕਦਾ, ਇਹ ਪਾਣੀ ਵਿੱਚ ਹਿੱਲਦਾ ਰਹਿੰਦਾ, ਕੰਬਦਾ ਰਹਿੰਦਾ, ਨੱਚਦਾ ਰਹਿੰਦਾ ਹੈ। ਬਸ ਇਹ ਮਨੁੱਖ ਵੀ ਰੱਬ ਦਾ ਬਾਗ ਬਣਾਇਆ ਹੋਇਆ ਇਸੇ ਤਰ੍ਹਾਂ ਟਿਕਦਾ ਨਹੀਂ, ਜਿਹਨੂੰ ਭਗਤ ਜੀ ਨੇ ਪਾਵਨ ਬਚਨ ਵੀ ਕਿਹਾ ਹੈ ਕਿ ਬਾਗ ਵੀ ਕੈਸਾ ਬਣਾ ਦਿੱਤਾ, ਕਹਿੰਦਾ ਮਾਟੀ ਕੋ ਪੁਤਰਾ ਕੈਸੇ ਨੱਚਦਾ ਹੈ। ਮਿੱਟੀ ਦਾ ਪੁਤਲਾ ਬਣਾਇਆ ਨਾ, ਨੱਚਦਾ ਫਿਰਦਾ ਹੈ। माटी को पूतरा कैसे नचता है, सुनै सुनै देखै बोलै दौड़ियो फिरता है। ये सुनता भी है, वेखदा भी है, बोलता भी है, समझदा भी है, पर फिर भी माया के प्रभाव साडे भज्जी फिरदा है, दौड़ी फिरदा है। ये नच रहा है। रहाओ नाचंते गोपी जन्ना। ਹੁਣ ਇਹ ਕਿਵੇਂ ਕਿਹੜੇ ਕਿਹੜੇ ਰੂਪ ਵਿੱਚ ਬਾਗ ਨੱਚਦਾ ਹੈ? ਕਹਿੰਦੇ ਨਾਚੰਤੇ ਗੋਪੀ, ਗੋਪੀ ਦਾ ਅਰਥ ਇਸਤਰੀ, ਇਸਤਰੀ ਦੇ ਰੂਪ ਵਿੱਚ ਨੱਚ ਰਿਹਾ ਹੈ। ਜੰਨਾ ਦਾ ਅਰਥ ਹੈ ਮਰਦ। ਇਸਤਰੀ ਹੋਵੇ ਮਰਦ ਹੋਵੇ, ਸਾਰੇ ਉਸ ਰੱਬ ਦੇ ਬਣਾਈ ਹੋਈ ਮਾਇਆ ਦੇ ਪ੍ਰਭਾਵ ਹੇਠ ਨੱਚ ਹੀ ਰਹੇ ਨੇ, ਉਹਦੇ ਨਚਾਏ ਹੋਏ ਨੱਚ ਰਹੇ ਨੇ। ਕਿਵੇਂ ਜੀ? ਕਹਿੰਦੇ ਨਈਆ ਤੇ ਬੈਰੇ ਕੰਨਾ। ਨਈਆ ਦਾ ਅਰਥ ਨਾਇਕ, ਮਾਲਕ, ਖਸਮ। ਕਿਉਂਕਿ ਭਗਤ ਨਾਮਦੇਵ ਜੀ ਕਹਿੰਦੇ ਨੇ ਨਈਆ ਤੇ ਬੈਰੇ, ਬੈਰੇ ਦਾ ਅਰਥ ਹੁੰਦਾ ਵੱਖਰੇ, ਕੰਨਾ ਦਾ ਅਰਥ ਨਹੀਂ, ਕਿਉਂਕਿ ਰੱਬ ਤੋਂ ਵੱਖਰਾ ਕੋਈ ਨਹੀਂ, ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਮਰਦ ਹੈ, ਉਹਦੇ ਤੋਂ ਵੱਖਰਾ ਕੋਈ ਨਹੀਂ, ਚਾਹੇ ਕੋਈ ਪਸ਼ੂ ਹੈ ਚਾਹੇ ਕੋਈ ਪੰਛੀ ਹੈ, ਉਹ ਸਭ ਦੇ ਵਿੱਚ ਹੈ, ਚਾਹੇ ਕੋਈ ਫੁੱਲ ਹੈ ਚਾਹੇ ਕੋਈ ਬੂਟਾ ਹੈ। ਨਈਆ ਤੇ ਬੈਰੇ ਕੰਨਾ, ਉਹ ਕਿਸੇ ਤੋਂ ਵੱਖਰਾ ਹੈ ਹੀ ਨਹੀਂ। ਉਹ ਇਸਤਰੀ ਦੇ ਵਿੱਚ ਵੀ ਬੋਲ ਰਿਹਾ ਹੈ, ਉਹ ਮਰਦ ਵਿੱਚ ਵੀ ਬੋਲ ਰਿਹਾ ਹੈ। ਤੇ ਭਗਤ ਜੀ ਨਾਲ ਕਹਿੰਦੇ ਨੇ ਭਾਈ ਤਰਕ ਨਾ ਚਾ, ਇਹਦੇ ਤੇ ਤਰਕ ਨਾ ਕਰੀ, ਸ਼ੱਕ ਨਾ ਕਰੀ। ਭਰਮੀਆਂ ਚਾ, ਅੰਦਰ ਜੇ ਕਿਸੇ ਤਰ੍ਹਾਂ ਦਾ ਭਰਮ ਹੈ ਤੇ ਚਾਹ ਦਰਸ ਨੂੰ ਚੁੱਕ ਦੇ, ਅੰਦਰ ਦੇ ਭਰਮ ਨੂੰ ਕੱਢ ਦੇ। ਕਿਉਂ ਜੀ? ਕਹਿੰਦੇ ਕੇਸਵਾ ਬਚਾਉਣੀ ਆਈਏ ਮਈਏ ਇੱਕ ਆਣ ਜੀਓ। ਕੇਸਵਾ ਦਾ ਅਰਥ ਸੋਹਣੇ ਕੇਸਾਂ ਵਾਲਾ ਰੱਬ, ਬਚਾਉਣੀ ਦਾ ਅਰਥ ਬਚਨ। ਕਹਿੰਦੇ ਸਾਰੇ ਉਸ ਸੋਹਣੇ ਕੇਸਾਂ ਵਾਲੇ ਦੇ ਬਚਨ ਹੀ ਨੇ। ਕਿਹੜੇ? ਆਈਏ ਦਾ ਅਰਥ ਹੈ ਇਸਤਰੀ, ਮਈਏ ਦਾ ਅਰਥ ਹੈ ਮਰਦ। ਚਾਹੇ ਕੋਈ ਇਸਤਰੀ ਬੋਲ ਰਹੀ ਹੈ ਚਾਹੇ ਕੋਈ ਮਰਦ ਬੋਲ ਰਿਹਾ ਹੈ, ਉਹ ਨਹੀਂ ਬੋਲਦੇ, ਇਹਦੇ ਵਿੱਚੋਂ ਰੱਬ ਬੋਲਦਾ ਹੈ। ਪੂਰੇ ਕਈ ਵਾਰੀ ਬੇਨਤੀ ਕੀਤੀ, ਸਾਨੂੰ ਲੱਗਦਾ ਹੈ ਕਿ ਭਾਈ ਸਾਹਿਬ ਬੋਲਦੇ ਨੇ, ਅਸੀਂ ਕਹਿ ਦਿੰਦੇ ਕਿ ਪਾਠੀ ਸਿੰਘ ਬੋਲਦੇ ਨਹੀਂ। ਸਿੰਘ ਸ਼ਬਦ ਵੈਸੇ ਘੱਟ ਹੀ ਵਰਤਿਆ ਜਾਂਦਾ ਹੈ, ਪਾਠੀ ਬੋਲਦਾ ਨਹੀਂ। ਪਾਠੀ ਨੂੰ ਕਹਿ ਦਿੱਤਾ ਜਾਂਦਾ ਕਿ ਭਾਈ ਬਾਬਾ ਤੂੰ ਇਕੱਲੇ ਬੋਲੀ ਜੀ। ਭਗਤ ਨਾਮਦੇਵ ਜੀ ਕਹਿੰਦੇ ਭਾਈ ਉਹ ਬਾਬਾ ਥੋੜ੍ਹੀ ਬੋਲਦਾ ਹੈ, ਉਹ ਪਾਠੀ ਸਿੰਘ ਥੋੜ੍ਹੀ ਬੋਲਦਾ ਹੈ, ਉਹਦੇ ਵਿੱਚ ਰੱਬ ਬੋਲ ਰਿਹਾ ਹੈ। ਔਰ ਸਾਡਾ ਤੇ ਗੁਰੂ ਸਮਰੱਥ ਜਿਹੜੀ ਬਾਣੀ ਪੜ੍ਹੀ ਜਾ ਰਹੀ, ਗੁਰੂ ਬੋਲਦਾ ਉਸ ਪਾਠੀ ਸਿੰਘ ਦੀ ਥਾਂ ਰਸਨਾ ਤੋਂ। ਹੁਣ ਇਹ ਗੱਲ ਜਿਹੜੀ ਹੈ ਸਮਝਣੀ ਤੇ ਫਿਰ ਇਹਨੂੰ ਮੰਨਣਾ ਹੈ ਤੇ ਔਖਾ ਕਿ ਸਾਰਿਆਂ ਦੇ ਵਿੱਚ ਉਹ ਬੋਲਦਾ ਜੀ। ਤੇ ਆ ਜਿਹੜੇ ਸ਼ਰਾਬੀ ਨੇ, ਸ਼ਰਾਬਾਂ ਪੀ ਕੇ ਗਾਲਾਂ ਕੱਢਦੇ ਨੇ, ਇੰਨੀਆਂ ਜ਼ਿਆਦਾ, ਇੰਨਾ ਜ਼ਿਆਦਾ ਗੰਦ ਬੋਲਦੇ ਨੇ, ਇਹਨਾਂ ਵਿੱਚ ਵੀ ਰੱਬ ਬੋਲਦਾ ਹੈ। ਕਿਉਂਕਿ ਇਹ ਗੱਲ ਅਸੀਂ ਨਹੀਂ ਮੰਨ ਸਕਦੇ, ਹੈ ਔਖੀ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਨਹੀਂ, ਚਾਹੇ ਕੋਈ ਮਾੜਾ ਹੈ ਚਾਹੇ ਕੋਈ ਚੰਗਾ ਹੈ, ਸਾਡੀ ਨਜ਼ਰ ਵਿੱਚ ਕੋਈ ਮਾੜਾ ਕੋਈ ਚੰਗਾ ਹੈ। ਭਗਤ ਕਬੀਰ ਜੀ ਜਦੋਂ ਉਹਨਾਂ ਦੀ ਨਜ਼ਰ ਤੋਂ ਦੇਖਾਂਗੇ, ਉਹ ਕਹਿੰਦੇ ਮਾੜਾ ਕੋਈ ਨਹੀਂ, ਕਿਉਂਕਿ ਜੇ ਬਣਾਏ ਹੋਏ ਸਾਰੇ ਰੱਬ ਦੇ ਨੇ, ਫਿਰ ਮਾੜਾ ਕਹਿਣਾ ਕਿਹਨੂੰ ਹੈ? ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਸ ਜਦੋਂ ਇਹ ਸਮਝ ਆ ਜਾਏ ਕਿ ਮੇਰੇ ਤੋਂ ਬੁਰਾ ਕੋਈ ਨਹੀਂ, ਤੇ ਫਿਰ ਇਹ ਵੀ ਸਮਝ ਆ ਜਾਏ ਕਿ ਮੈਂ ਵੀ ਬੁਰਾ ਕਿੱਥੇ, ਮੈਂ ਵੀ ਬਣਾਇਆ ਤੇ ਰੱਬ ਦਾ ਪੈਦਾ ਕੀਤਾ ਹੋਇਆ। ਸਾਰਿਆਂ ਦੇ ਵਿੱਚ ਹੁਣ ਕਿਵੇਂ ਬੋਲਦਾ, ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਜ਼ਰੂਰ ਜੀ ਨੇ, ਪਰ ਫਿਰ ਗੱਲ ਉੱਥੇ ਕਿ ਵਿਚਾਰ ਵਾਲੇ ਪਾਸੇ ਅਸੀਂ ਜਾਂਦੇ ਨਹੀਂ ਨਾ। ਸਤਿਗੁਰੂ ਦੇ ਦੋ ਪੌੜੀਆਂ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਇੱਕ ਤੇ ਅਸੰਖ ਜਪ ਅਸੰਖ ਭਾਉ। ਉੱਥੇ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਅਸੰਖਾਂ ਨੇ, ਜਿਨ੍ਹਾਂ ਦਾ ਜ਼ਿਕਰ ਕੀਤਾ, ਤੇਰੇ ਭੈ ਦੇ ਵਿੱਚ ਰਹਿੰਦੇ ਨੇ। ਪਰ ਨਾਲ ਅਗਲੇ ਜਿਹੜੇ ਬਚਨ ਅਗਲੀ ਪੌੜੀ ਦੇ ਵਿੱਚ ਕਹੇ,
कि असंख्य मूर्खां ਦਾ ਕੋਈ ਘਾਟਾ ਥੋੜੀ ਹੈ, ਪਰ ਹੈ ਤੇ ਉਹਨਾਂ ਦੇ ਵਿੱਚ ਵੀ ਤੂੰ। असंख मूर्ख अंत कूर, असंख चोर हराम कूर। ते अंत के शब्द की वरतते ने कि ये जिहड़ी कुदरत तू बनाई है, इहदे विच तू वसिया, बस तेरे तो बढ़ार ही जाया जा सकता है, तू इन्हां दे विच भी है। हुण भगत जी ने इत्थे स्पष्ट किया कि भाई चाहे कोई इस्त्री है, चाहे कोई मर्द है, चाहे कोई साडी नज़र विच चंगा है, चाहे मंदा है, ये बोल आप नहीं रहा, उनदे विच बैठा होया उनकी रसना थानी, वो जेड़ा नैया है केसवा है, सोने केसा वाला है, वो आप ही बोल रहा है, क्योंकि एक रस वो सारिਆਂ ਦੇ ਵਿੱਚ आप है। हुण अगे पावन वचन फिर कहते हैं, पिंदे उपकले संसारा, पिंदे का अर्थ खूह दिया टिंडा, जिवें उनदे विच पानी पुड़कदा है, नचदा है, टपदा है, संसार इस तरह नच टप रहा है। भ्रम आए तुम चे द्वारा, भगत नामदेव जी हुण परिपूर्ण परमात्मा दे नाल सीधी गलबात करके कहंदे ने, रब जी ये संसार दे विच भटक भटक के खूह दियां टिंडां की तरह पता नहीं किन्नी कुछ वारी खाली होए, किन्नी कुछ वारी भरे, जिन्हों भगत रविदास जी कहंदे ने कि बहुत जन्म बिछरे थे माधो, ये जन्म तुम्हारे लेखे, कह रविदास आस लग जीवो, चिर भयो दर्शन देखे, भरम भरम के हुण तेरे दर ते आए हैं। तो जदों दर ते आ ही गए तो भगत जी कहते हैं, रब जी को आवाज़ देंदे ने, तू कौन रे, भी जिहड़ा दर ते आके रौला पा रहा कि तेरे दर ते आ गया, तू है कौन। हुण ये आवाज़ सुभाविक है, किसी के दर ते जाके खलोईए, दरवाज़ा खड़काईए जां आवाज़ दईए कि मैं आया, तो अगों पुछया जाता भाई कौन है, तू कौन रे। रब ने आवाज़ मार के पूछा भाई तू है कौन, तो भगत नामदेव जी कहते हैं, मैं जी मैं हाँ जी। और इन्हें प्यार नाल को जवाब दिता कि रब जिवें पूरी तरह जान पछाण है, मैं कहांगा तो जान लैणगे। और भगत जी कहते हैं रब जानते हैं। और भगत नामदेव जी ते भी कहते हैं कि रब तो मैनू वेख के हसदे बड़ा सी कि इन्ना भोला भगत भी होंदा है, नामे देख नारायण हसै। मैं जी मैं आ, कहते अगों रब ने आवाज़ मार के कहा नामा, क्योंकि तो फुल विश्राम है, इको पंक्ति कह ली है, नामा नामदेव है। तो नामदेव जी फिर कहते हैं हो जी, हाँ जी मैं ही हाँ, मैं नामा ही हाँ। और ये गल बस कह वो सकता है, समझ वो ही सकता है जिंदे अंदर श्रद्धा ते भरोसा है। भरोसे तो बिना नहीं, जिन्हें गुरु ग्रंथ साहब जी अज भी बोलते हैं, साडी गल नूं सुनते हैं, पर गुरु साहब के बोल सानू सुनने तां ने जिदन साडे कोल भरोसा होएगा। छेवें पातशाह उन्हां दे सिर ते एक सिख ने बड़ी सुनी, दर्शन कदे नहीं सन कीते, ना भाई प्रेमा है। धन गुरु हरगोबिंद साहब जी दी बड़ियां कथा कहानियां सुनिया, बड़ियां सिफतां सुनिया। इस भाई प्रेमे ने नवा घर बनाया, संगत इकट्ठी की, लंगर किया गया, कीर्तन होया। हुण लंगर तैयार है, संगतां सारियां बैठियां ने, तो पुछदे ने भाई साहब समाप्ति हो गई, लंगर वरताओ। हुण भाई प्रेमा जिहड़ा वो कहंदा कि मैं उਡੀਕਣਾ सा धन गुरु हरगोबिंद साहब जी आ जाते, चलो लंगर वरता दो, संगत छकेगी, पर घर के अंदर समान उदों रखना है, घर के अंदर असी उदों जाना है जो गुरु साहब जी आउणगे। हुण सिखां ने तो पूछा कि गुरु साहब नूं सिणिया भेजिया है, भेजे तो सदा भेजे, सिणा भेजिया, फिर भाई से लंगर भी कह तो हजे वरताउणा, शब्द कीर्तन होर कर लैंदे, इंतजार होर कर लैंदे। हुण भाई प्रेमा कहे कि नहीं सिणिया तो नहीं भेजिया, पर जिन्हें उन्होंने सिफत सुनी है कि वो घट घट के अंतर की जानत, भले बुरे की पीर पछाणत, मेरे अंदर की भावना है, मैं प्रेम के नाल अंदरों याद किया गुरु साहब जी आउणगे जरूर।
ਹੁਣ ਸਿੱਖ ਕਹਿੰਦੇ ਨੇ ਕਿ ਭਾਈ ਗੁਰੂ ਸਾਹਿਬ ਜੀ ਕੀ ਪਤਾ ਕਿੱਥੇ ਹੋ, ਕਿੰਨੇ ਕੁ ਦੂਰ ਹੋਣ ਕੇ ਇਸ ਟਾਈਮ ਕਿੱਥੇ ਨੇ, ਆਉਣ ਕਿ ਨਾ ਆਉਣ। ਜੇ ਤੂੰ ਸਿਨੇ ਨਹੀਂ ਭੇਜਿਆ ਤਾਂ ਫਿਰ ਇੰਤਜ਼ਾਰ ਕਰਨ ਦਾ ਕੀ ਕੰਮ। ਹੁਣ ਭਾਈ ਪ੍ਰੇਮੇ ਨੇ ਕਹਿ ਦਿੱਤਾ ਕਿ ਭਾਈ ਲੰਗਰ ਵਰਤਾ ਦਿਓ, ਲੰਗਰ ਵੀ ਛਕ ਲੈ। ਸਿੱਖ ਫਿਰ ਕਹਿਣ ਕਿ ਭਾਈ ਹੁਣ ਦੁਪਹਿਰ ਵੀ ਢਲ ਗਈ, ਉੱਤੋਂ ਬੱਦਲ ਵੀ ਬਣਦੇ ਜਾਂਦੇ ਨੇ, ਸਮਾਨ ਵੀ ਸਾਰਾ ਤੂੰ ਪੁਰਾਣਾ ਘਰ ਢਾਹ ਕੇ ਬਾਹਰ ਰੱਖ ਦਿੱਤਾ ਹੈ, ਨਵੇਂ ਦੇ ਵਿੱਚ ਰੱਖਦਾ ਨਹੀਂ। ਔਰ ਭਾਈ ਪ੍ਰੇਮਾ ਫਿਰ ਕਹਿੰਦੇ ਕਿ ਅੰਦਰ ਸਮਾਨ ਤਾਂ ਉਦੋਂ ਜਾਏਗਾ ਜਦੋਂ ਗੁਰੂ ਸਾਹਿਬ ਦੇ ਚਰਨ ਪੈਣਗੇ, ਕਿਉਂਕਿ ਇਕੱਲੇ ਭਗਤ ਨਾਮਦੇਵ ਨਹੀਂ, ਜਿਨ੍ਹਾਂ ਦੇ ਅੰਦਰ ਭਰੋਸਾ ਹੈ ਗੁਰੂ ਸਾਹਿਬ ਜੀ ਅੱਜ ਵੀ ਭਰੋਸੇ ਵਾਲੇ ਨੂੰ ਭਾਗ ਲਾਉਂਦੇ ਨੇ। ਔਰ ਸ਼ਾਮ ਨੂੰ ਜਦੋਂ ਕੜੀਆਂ ਵੀ ਸ਼ੁਰੂ ਹੋ ਗਈਆਂ, ਉੱਧਰੋਂ ਕੜੀਆਂ ਡਿੱਗਣ, ਉੱਧਰੋਂ ਭਾਈ ਪ੍ਰੇਮਾ ਉਹਦੇ ਘਰ ਵਾਲੇ ਦੇ ਅੱਖਾਂ ਦੇ ਵਿੱਚੋਂ ਪਾਣੀ ਡਿੱਗੇ। ਸਿੱਖਾਂ ਨੇ ਆ ਕੇ ਫਿਰ ਸਮਝਾਇਆ ਸਮਾਨ ਖਰਾਬ ਹੋ ਜਾਣਾ, ਸਮਾਨ ਅੰਦਰ ਰੱਖ ਦਈਏ। ਔਰ ਉਹ ਫਿਰ ਕਹਿੰਦਾ ਕਿ ਮੇਰੇ ਗੁਰੂ ਨੇ ਆਉਣਾ ਹੈ, ਚਰਨ ਗੁਰੂ ਤੇ ਪੈਣਗੇ, ਸਮਾਨ ਫਿਰ ਹੀ ਰੱਖਿਆ ਜਾਣਾ। ਪਰ ਜਦੋਂ ਸ਼ਾਮ ਹੋਈ, ਸੂਰਜ ਡੁੱਬਦਾ ਪਿਆ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ 'ਤੇ ਨੇ, ਨਾਲ 50 ਕੁ ਸਿੰਘ ਨੇ, ਘੋੜਸਵਾਰ ਗੁਰੂ ਕੇ ਸਿੱਖ ਨਾਲ ਨੇ। ਪੂਰੇ ਪਿੰਡ ਦੇ ਵਿੱਚ ਜਦੋਂ ਰੌਲਾ ਪਿਆ ਕਿ ਛੇਵੇਂ ਪਾਤਸ਼ਾਹ ਮੀਰ ਪੀਰੀ ਦੇ ਮਾਲਕ ਆਏ ਨੇ, ਇਸ ਤੋਂ ਪਹਿਲਾਂ ਕੋਈ ਭਾਈ ਪ੍ਰੇਮੇ ਨੂੰ ਕੋਈ ਆ ਕੇ ਦੱਸਦਾ ਗੁਰੂ ਸਾਹਿਬ ਜੀ ਆਪ ਹੀ ਆ ਗਏ। ਔਰ ਮੋਢੇ ਤੋਂ ਫੜ ਕੇ ਕਹਿੰਦੇ ਨੇ ਪ੍ਰੇਮਿਆ ਚੱਲ ਚੱਲੀਏ ਘਰ। ਔਰ ਉਹ ਭਾਈ ਪ੍ਰੇਮਾ ਜਿਹੜਾ ਕੇਵਲ ਪੜ੍ਹਦਾ ਹੀ ਨਹੀਂ ਸੀ ਹੁੰਦਾ, ਕਿ ਉਹ ਪਰਿਪੂਰਨ ਪਰਮਾਤਮਾ ਜਿੱਥੇ ਹਰ ਥਾਂ 'ਤੇ ਹੈ, ਅੰਤਰਜਾਮੀ ਹੈ। ਜੇ ਉਹ 16 ਸਾਹਿਬ ਦਾ ਜਾਪ ਕਰਦਾ ਸੀ, ਪੜ੍ਹਦਾ ਸੀ ਕਿ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਬਣ ਕੇ ਪੂਰੇ, ਉਹ ਸ਼ਰਧਾ ਜ਼ਰੂਰੀ ਪੂਰੀ ਕਰੇਗਾ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੇ ਤੂਰੇ, ਕਿਉਂਕਿ ਅਸੀਂ ਤਾਂ ਕੇਵਲ ਪੜ੍ਹਨ ਤੱਕ ਹੀ ਸੀਮਤ। ਔਰ ਖਿਮਾ ਕਰਨਾ, ਪੜ੍ਹਨ ਵਾਲੇ ਵੀ ਬਹੁਤ ਘੱਟ ਗਿਣਤੀ ਵਿੱਚ, ਪੜ੍ਹਾਉਣ ਵਾਲੇ ਜ਼ਿਆਦਾ ਹੋ ਗਏ ਕਿ ਪੜ੍ਹ ਤੁਸੀਂ ਦਿਓ, ਪੈਸੇ ਅਸੀਂ ਦੇ ਦੇਵਾਂਗੇ, ਫਲ ਸਾਨੂੰ ਮਿਲ ਜੇ। ਅਸੀਂ ਤਾਂ ਗੁਰੂ ਨੂੰ ਮੁੱਲ ਖਰੀਦਣ ਦਾ ਯਤਨ ਕਰ ਰਹੇ ਹਾਂ। ਭਾਈ ਪ੍ਰੇਮਾ ਗੁਰੂ ਸਾਹਿਬ ਜੀ ਨੂੰ ਘਰ ਲੈ ਕੇ ਗਿਆ, ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਖੁਸ਼ ਹੋ ਕੇ ਬਚਨ ਕਹੇ ਸਨ ਕਿ ਭਾਈ ਪ੍ਰੇਮਿਆ, ਇਹ ਘਰ ਤੇਰਾ ਭਾਵੇਂ ਕੱਚਾ ਹੈ, ਘਰ ਭਾਵੇਂ ਲੋਕਾਂ ਦੇ ਬਹੁਤ ਵੱਡੇ ਵੱਡੇ ਵੀ ਬਣਨਗੇ, ਵੱਡੇ ਵੱਡੇ ਮਹੱਲ ਵੀ ਬਣਨਗੇ, ਪਰ ਹਕੀਕਤ ਇਹ ਹੈ ਕਿ ਤੇਰੇ ਘਰ ਵਰਗਾ ਘਰ ਹੋਰ ਕੋਈ ਨਹੀਂ ਹੋਣਾ। ਕਿਉਂਕਿ ਇਸ ਘਰ ਦੇ ਵਿੱਚ, ਕੱਚੇ ਘਰ ਦੇ ਵਿੱਚ ਵੀ ਗੁਰੂ ਆ ਗਏ, ਅਤੇ ਹਿਰਦੇ ਘਰ ਵਿੱਚ ਵੀ ਜਦੋਂ ਗੁਰੂ ਆ ਕੇ ਬੈਠ ਜਾਂਦੇ ਨੇ ਨਾ, ਫਿਰ ਗੁਰੂ ਕਾ ਸਿੱਖ ਪੜ੍ਹਦਾ ਹੈ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਤੇ ਕਿਉਂ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੇ ਨਾਮ ਬਖਸ਼ ਦਿੱਤਾ, ਭਰੋਸਾ ਦਿੱਤਾ, ਔਰ ਜਿਹੜੇ ਭਰੋਸੇ ਵਾਲੇ ਨੇ ਫਿਰ ਉਹਨਾਂ ਦੇ ਅੰਦਰ ਪਿਆਰ ਬਣਦਾ ਹੈ। ਅਤੇ ਜਦੋਂ ਪਿਆਰ ਬਣਦਾ ਫਿਰ ਦੇਖੋ ਕਈ ਵਾਰੀ ਸਮਾਂ ਨਿਕਲ ਜਾਂਦਾ, ਕਈ ਸਾਲ, 20 50 ਸਾਲ ਵੀ ਨਿਕਲ ਜਾਂਦੇ ਨੇ, ਕਿ ਘਰ ਦੇ ਵਿੱਚ ਕਦੇ ਪਾਠ ਨਹੀਂ ਕਰਵਾਇਆ, ਗੁਰੂ ਸਾਹਿਬ ਦੇ ਚਰਨ ਨਹੀਂ ਪਵਾਏ, ਕਿਉਂਕਿ ਅੰਦਰ ਨਾ ਉਹ ਭਰੋਸਾ ਬਣਿਆ, ਨਾ ਪ੍ਰੇਮ ਬਣਿਆ। ਅਤੇ ਜਦੋਂ ਪ੍ਰੇਮ ਬਣ ਜੇ ਫਿਰ ਇੱਕੋ ਗੱਲ ਅੰਦਰੋਂ ਨਿਕਲਦੀ ਹੈ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਬਣਾ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਭਗਤ ਨਾਮ ਜੀ ਦਾ ਉਹ ਭਰੋਸਾ ਹੈ, ਪਿਆਰ ਹੈ, ਕਿ ਅੱਗੋਂ ਰੱਬ ਆਵਾਜ਼ ਮਾਰ ਕੇ ਕਹਿੰਦਾ ਕੌਣ ਹੈ, ਨਾਮਾ ਹੈ। ਨਾਮਦੇਵ ਜੀ ਕਹਿੰਦੇ ਹਾਂ ਜੀ ਮੈਂ ਹੀ ਹਾਂ, ਮੈਂ ਨਾਮਾ ਹੀ ਹਾਂ। ਆਲਾ ਤੇ ਨਿਵਾਰਨਾ, ਜਮ ਕਾਰਨਾ, ਜਮਾਂ ਤੋਂ ਬਚਾਉਣ ਵਾਲੇ ਰੱਬ ਜੀ ਪਰਮੇਸ਼ਰ ਜੀ ਮੈਂ ਨਾਮਾ ਹੀ ਹਾਂ। ਔਰ ਸਤਿਗੁਰੂ ਜੀ ਕਿਰਪਾ ਕਰਨ, ਇਹ ਭਰੋਸਾ ਸਿੱਖ ਲਈ ਜ਼ਰੂਰੀ ਹੈ, ਔਰ ਸਾਡੇ ਲਈ ਇਹ ਭਰੋਸਾ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਬਖਸ਼ਣ। ਅਸੀਂ ਪੜ੍ਹਦੇ ਜ਼ਰੂਰ ਹਾਂ, ਫਿਰ ਬੇਨਤੀ ਕਰਾਂ, ਕਿਉਂਕਿ ਉਹ ਅੱਖਰ ਰੱਟੇ ਹੋਏ ਨੇ, ਪੜ੍ਹ ਦਿੰਦੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕੇਸ ਕੋਈ ਨਹੀਂ ਰੱਖੇ, ਪਾਠ ਕਰਵਾ ਲਿਆ, ਅਗਲੀਆਂ ਮੰਗਾਂ ਮੰਗਣ ਵਾਸਤੇ ਆ ਗਏ ਕਿ ਸਾਡੇ ਧੀ ਪੁੱਤਰ ਬਾਹਰ ਨੇ, ਉਹਨਾਂ ਨੂੰ ਬਚਾ ਲਈ, ਸਾਨੂੰ ਨੌਕਰੀ ਮਿਲ ਜੇ, ਸਾਨੂੰ ਪੈਸਾ ਮਿਲ ਜੇ, ਕਿਉਂਕਿ ਇਹ ਦਾਨ ਤਾਂ ਸਾਨੂੰ ਚਾਹੀਦੇ ਨੇ, ਕੇਸ ਥੋੜ੍ਹੀ ਚਾਹੀਦੇ ਨੇ, ਭਰੋਸਾ ਥੋੜ੍ਹੀ ਚਾਹੀਦਾ ਹੈ। ਪਰ ਪੜ੍ਹਦੇ ਜ਼ਰੂਰ ਹੈ, ਕਿਉਂਕਿ ਅੱਖਰ ਰੱਟ ਲੈਣੇ ਨਾ। ਸਤਿਗੁਰੂ ਜੀ ਕਿਰਪਾ ਕਰਨ, ਜਿੱਥੇ ਭਰੋਸਾ ਦਾਨ ਅਸੀਂ ਪੜ੍ਹਦੇ ਹਾਂ, ਇਹ ਭਰੋਸਾ ਸਾਡਾ ਬਣੇ ਹੋਈਆਂ ਭੁੱਲਾਂ ਦੀ ਖਿਮਾ।
आओ 1-2 मिनट होर रसना के नाल हाजिरी लवाइए, फिर समाप्ति है जी। वाहेगुरु वाहेगुरु वाहे